सत श्री अकाल। तुसीं देख रहे हो ABP साझा ते मैं तुहाडे नाल अमनदीप सिंह। फिरोजपुर दा पिंड गामेवाला जिथे दो धिरां दे विच अजिही झड़प हुई कि पहलां शुरुआत इट्टां पत्थरां दे नाल हुई ते फिर गोलियां भी चलियां। दोवें धिरां दे विच हुई झड़प दे दौरान चली गोली दे विच दो नौजवानां दी मौत हुई है। हालांकि एक धिर दूजी धिर दे उत्ते नशा तस्करी दे इल्जाम ला रही है। एक दूजे ते इट्टां पत्थर वराए जा रहे ने, गोलियां भी चलियां ने। ये तस्वीरां फिरोजपुर दे पिंड गामेवाले दियां ने। नशा तस्करी दे मुद्दे ते दो धिरां च झगड़ा होया। गल ऐनी वधी कि पहलां इट्टां पत्थर चले फिर गोलियां। इस च दो नौजवानां दी मौत हुई है। पुलिस दे वल्लों क्रॉस परचा दर्ज कर तफ्तीश शुरू कर दित्ती है। इन्हां दा गली चों लंघण दा आपसे छोटी छोटियां लड़ाई झगड़े दा ਤੇ ਕੀ ਹੋਇਆ ਕੀ ਹੈ ਸਰ? ਡੈਥ ਹੋਈ ਸਰ ਗੋਲੀ ਲੱਗੀ ਹੈ ਉਹਨੂੰ? ਹਾਂ ਗੋਲੀ ਤਾਂ ਕੀ ਸਰ ਮਾਮਲਾ ਜਿਹੜਾ ਦਰਜ ਕੀਤਾ ਜਾ ਰਿਹਾ ਹੈਗਾ? 302 ਦਾ ਮਾਮਲਾ ਦਰਜ ਕਰਤਾ। ਮ੍ਰਿਤਕ ਯੂਨਸ ਦੇ ਪਰਿਵਾਰ ਨੇ ਇਲਜ਼ਾਮ ਲਾਏ ਨੇ ਕਿ ਇੰਦਰਜੀਤ ਅਤੇ ਉਸ ਦਾ ਭਰਾ ਪਿੰਡ 'ਚ ਨਸ਼ਾ ਵੇਚਦੇ ਸਨ, ਜਿਨ੍ਹਾਂ ਨੂੰ ਕਈ ਵਾਰ ਰੋਕਿਆ ਪਰ ਨਹੀਂ ਰੁਕੇ। ਹਾਲਾਂਕਿ ਇਸ ਦੌਰਾਨ ਦੋਵੇਂ ਧਿਰਾਂ ਦੇ ਵਿੱਚ ਚੱਲ ਰਹੀ ਲੜਾਈ ਦੇਖ ਰਹੇ ਇੱਕ ਸ਼ਖਸ ਦੇ ਵੀ ਗੋਲੀ ਲੱਗੀ ਹੈ। ਓਏ ਫੋਨ ਕਰ ਪੁਲਿਸ ਨੂੰ ਫੋਨ ਕਰ, ਉਹਨਾਂ ਗੋਲੀ ਚੱਲ ਗਈ। ਮੈਂ ਵੀਡੀਓ ਬਣਾ ਲਈ ਗੋਲੀ ਪਿੱਛੇ ਨਾ। ਪਹਿਲਾਂ 2018 ਦੇ ਵਿੱਚ ਲੜਾਈ ਹੋਈ ਸੀ ਨਸ਼ਾ ਰੋਕਣ ਤੋਂ ਹੀ। ਇਹ ਨਸ਼ਾ ਤਕਸਰ ਕੰਮ ਕਰਦੇ ਨੇ, ਇਹ ਨਜਾਇਜ਼ ਹਥਿਆਰ ਵੀ ਇਹਨਾਂ ਕੋਲ ਹੈਗੇ ਨੇ। ਤੇ ਉਸ ਤੋਂ ਬਾਅਦ ਲੋਕਡਾਊਨ ਦੇ ਵਿੱਚ 2020 ਦੇ ਵਿੱਚ ਉਹਦਾ ਵੀ ਲੜਾਈ ਹੋਈ। ਠੀਕਰੀ ਪਹਿਰਾ ਲਗਵਾਇਆ ਸੀ ਤੇ ਮੁਲਾਜ਼ਮਾਂ ਨੇ ਕਹਿ ਕੇ ਠੀਕਰੀ ਪਹਿਰਾ ਲਾਉਣ ਦੇ ਬਾਵਜੂਦ ਇਹ ਨਸ਼ੇ ਵਾਲੇ ਇਹਨਾਂ ਦੇ ਬੰਦੇ ਰੋਕ ਕੇ ਜਿਹੜੇ ਨਸ਼ਾ ਲੈਣ ਆਉਂਦੇ ਸੀ ਬਾਹਰ ਦੇ ਬੰਦੇ, ਇਸ ਕਰਕੇ ਉਹਨਾਂ ਸਾਡੇ ਨਾਲ ਫਿਰ ਲੜਾਈ ਕਰ ਲਈ। 2020 ਤੋਂ ਬਾਅਦ 'ਚ ਫਿਰ 18 ਐਸੇ ਮਹੀਨੇ ਦੀ 18 ਤਰੀਕ ਨੂੰ ਫਿਰ ਲੜਾਈ ਰਾਤ ਹੋਈ। ਇੱਕ ਮੁੰਡੇ ਦੇ ਵਿੱਚ ਗੱਡੀ ਮਾਰੀ ਹੈ, ਨਾਲੇ ਮੋਟਰਸਾਈਕਲ ਮਾਰਿਆ। ਉਹ ਮੁੰਡਾ ਵੀ ਇੱਥੇ ਦਾਖਲ ਹੈ, FIR ਦਰਜ ਹੋਈ ਹੈ ਮਮਦੋਟ ਥਾਣੇ ਦੇ ਵਿੱਚ। ਤੇ 18 ਨੂੰ ਤੇ 20 ਨੂੰ ਫਿਰ ਕੱਲ੍ਹ ਹੋ ਗਈ ਲੜਾਈ। ਉਹ ਜਾਣੀ ਪੂਰੀ ਪਲੈਨਿੰਗ ਦੇ ਨਾਲ ਹਥਿਆਰਾਂ ਸਮੇਤ ਬੰਦੇ ਬਾਹਰੋਂ ਵੀ ਮੰਗਾਏ ਨੇ। ਇੰਦਰਜੀਤ, ਉਸ ਦਾ ਭਰਾ ਜਸ਼ਨ, ਇੱਕ ਗਰਮੇਜ ਨੰਬਰਦਾਰ ਤੇ ਇੱਕ ਜੀਤਾ ਇੱਥੋਂ ਖਾਈ ਤੇ ਇਹਨਾਂ ਦਾ ਭਾਣਜਾ ਨੰਬਰਦਾਰ ਦਾ, ਉਹਨਾਂ ਦੇ ਕੋਲ ਹਥਿਆਰ ਨੇ। ਮੁੰਡੇ ਬਹੁਤ ਸੱਦੇ ਆ ਜੀ, ਸਾਨੂੰ ਨਹੀਂ ਪਤਾ ਵੀ ਕਿੱਥੋਂ ਦੇ ਮੁੰਡੇ ਕਿੱਥੋਂ ਦੇ। ਕੁਛ ਪਤਾ ਜੀਤਾ ਹੈਗਾ ਖਾਈ ਤੋਂ ਜੀ। ਇੰਦਰਜੀਤ ਕੋਲੇ ਨਜਾਇਜ਼ ਹਥਿਆਰ ਆ ਜਿਹਦੇ 'ਚ ਫੈਰ ਵੱਜੇ ਆ ਜੀ। ਕਿੰਨੀ ਡੈਥ ਹੋਈ ਹੈ? ਯੂਨਸ ਦੀ ਡੈਥ ਹੋਈ ਹੈ। ਕਿੰਨੇ ਸਾਲ ਉਮਰ ਸੀ? ਹਾਂਜੀ ਕਿੰਨੇ ਸਾਲ ਉਮਰ ਸੀਗੀ ਉਹਦੀ? 25-26 ਸਾਲ ਦੀ ਏਜ ਹੈ ਜੀ। ਇਲਜ਼ਾਮ ਨੇ ਕਿ ਪਿੰਡ ਗਾਮੇਵਾਲਾ ਦਾ ਰਹਿਣ ਵਾਲਾ ਇੰਦਰਜੀਤ ਸਿੰਘ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ ਤੇ ਇਸੇ ਕਾਰਨ ਯੂਨਿਸ ਅਤੇ ਇੰਦਰਜੀਤ ਦੇ ਨਾਲ ਝਗੜਾ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਤੇ ਹੁਣ ਗੱਲ ਮੁੱਕੀ ਗੋਲੀਆਂ ਤੇ। ਇੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਨਸ਼ੇ ਨੂੰ ਲੈ ਕੇ ਸੰਸਦ 'ਚ ਕੀ ਬਿਆਨ ਦਿੱਤਾ ਹੈ। ਭਾਰਤ ਸਰਕਾਰ ਦੀ ਨਸ਼ੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਨਸ਼ੇ ਨੂੰ ਠੱਲ ਪਾਉਣ ਦੇ ਲਈ 3 ਸੂਤਰੀ ਫਾਰਮੂਲੇ ਦੇ ਉੱਤੇ ਕੰਮ ਕਰ ਰਹੀ ਹੈ ਤੇ ਖਾਸ ਤੌਰ ਦੇ ਉੱਤੇ ਉਹਨਾਂ ਪੰਜਾਬ ਅਤੇ ਗੁਜਰਾਤ ਦੀ ਸਰਕਾਰ ਦੀ ਤੁਲਨਾ ਕੀਤੀ। BJP ਸਰਕਾਰ ਦੀ ਨਸ਼ੇ ਖਿਲਾਫ ਚੁੱਕੇ ਜਾ ਰਹੇ ਕਦਮਾਂ ਦੇ ਉੱਤੇ ਪਿੱਠ ਥਾਪੜੀ ਹੈ। BSF को अधिकार देते हैं तो कहते हैं राज्यों के अधिकार ले लिए, तो BSF वहां क्या करेगी भाई? जो लोग इसको पॉलिटिकल इश्यू बना रहे हैं वो ड्रग के कारोबार का समर्थन कर रहे हैं। एजेंसियां निहत्ती होकर काम नहीं कर सकती मान्यवर। एजेंसियों को अधिकार देना पड़ेगा। देश की सीमा है, बंदरगाह है, बंदरगाह से आएगा, हम पकड़ेंगे तो अच्छा किया या बुरा किया। पंजाब में नहीं पकड़ा जाता है तो क्या बिट्टू साहब कह सकते हैं पंजाब में ड्रग नहीं है? कोऑपरेशन, कोऑर्डिनेशन और कोलैबोरेशन नहीं होता है, हम इस लड़ाई को जीत नहीं सकते। तो 3 स्तर पर त्रिसूत्रीय फॉर्मूला पर हम आगे बढ़े हैं। इसमें हमने जीरो टॉलरेंस की नीति अपनाई है। केंद्रीय गृह मंत्री अमित शाह दा संसद दे विच इह दावा नशे खिलाफ जीरो टॉलरेंस नीति ते नाल ही गुजरात अते पंजाब दी तुलना करके
ਬੀਜੇਪੀ ਸਰਕਾਰ ਦੀ ਪਿੱਠ ਥਾਪਣ ਦੇ ਵਿੱਚ ਵੀ ਉਹਨਾਂ ਗੁਰੇਜ਼ ਨਹੀਂ ਕੀਤਾ। गुजरात के चुनाव के वक्त एक भाषण सुना कि गुजरात में ड्रग का कारोबार बढ़ गया है, गुजरात से ड्रग पकड़ा जाता है। अरे भाई, देश की सीमा है, बंदरगाह है, बंदरगाह से आएगा, हम पकड़ेंगे तो अच्छा किया या बुरा किया, ये समझ में ही नहीं आ रहा है। अब पंजाब में नहीं पकड़ा जाता है तो क्या बिट्टू साहब कह सकते हैं पंजाब में ड्रग नहीं है? भाई, पकड़ना कोई बुरी बात नहीं है, पकड़ना अच्छी बात है, और हम इस कमेंट से कोई हतोत्साह नहीं होंगे और पकड़ेंगे और खत्म करेंगे। ਨਸ਼ਾ ਕਿੱਥੋਂ ਆਉਂਦਾ ਹੈ ਤੇ ਇਸ ਦਾ ਰੂਟ ਕੀ ਹੈ, ਇਸ ਦੇ ਲਈ 2 ਸਾਲ ਲਗਾ ਕੇ 472 ਜ਼ਿਲ੍ਹਿਆਂ 'ਚ ਮੈਪਿੰਗ ਕੀਤੀ ਗਈ ਅਤੇ ਨਸ਼ੇ ਦਾ ਰੂਟ ਕੇਂਦਰ ਨੇ ਸੂਬਿਆਂ ਦੇ ਨਾਲ ਸਾਂਝਾ ਕਰ ਦਿੱਤਾ। एनडीपीएस के तहत हमने सीमा सुरक्षा बल, एसएसबी, असम राइफल, ये तीनों को केस करने के अधिकार दे दिए गए हैं, क्योंकि कहते हैं भाई सीमा भारत की जिम्मेदारी है, भारत सरकार की जिम्मेदारी है, निगरानी नहीं रखते, ड्रग वहां से आ रही है, और जब बीएसएफ को अधिकार देते हैं तो कहते हैं राज्यों के अधिकार ले लिए, तो बीएसएफ वहां क्या करेगी भाई? आप बताइए मुझे, क्या करेगी? मान्यवर, ऐसा मसला नहीं है। और बीएसएफ कौन सी फॉरेन एजेंसी है? हमारे देश के दुश्मन ड्रग भेज रहे हैं, बीएसएफ वाले पकड़ेंगे, केस करने का अधिकार नहीं है, एसएसबी वाले पकड़ेंगे, केस करने का अधिकार नहीं है, क्या करेंगे निहत्था बैठकर? जो लोग इसको पॉलिटिकल इश्यू बना रहे हैं वो ड्रग के कारोबार का समर्थन कर रहे हैं। एजेंसियां निहत्थी होकर काम नहीं कर सकती मान्यवर, एजेंसियों को अधिकार देना पड़ेगा, और मेरा स्पष्ट मानना है कि एजेंसियों को अधिकार देना चाहिए। हमारी एजेंसियों पर, देश की एजेंसियों पर, देश का संसद को अगर भरोसा नहीं है तो किस हिम्मत से वो काम करें। ਕੇਂਦਰੀ ਗ੍ਰਹਿ ਮੰਤਰੀ ਨੇ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਐਨਆਈਏ ਅਤੇ ਐਨਸੀਬੀ ਜਿਸ ਵੀ ਏਜੰਸੀ ਦੀ ਮਦਦ ਦੀ ਲੋੜ ਹੈ ਤੁਰੰਤ ਲਈ ਜਾਵੇ। ਹੁਣ ਤੱਕ 42 ਕੇਸਾਂ ਦੀ ਜਾਂਚ ਸੂਬਾ ਐਨਆਈਏ ਅਤੇ ਐਨਸੀਬੀ ਦੀਆਂ ਏਜੰਸੀਆਂ ਮਿਲ ਕੇ ਕਰ ਵੀ ਰਹੀਆਂ ਨੇ। ਨਾਲ ਹੀ ਸੂਬਾ ਸਰਕਾਰ ਨੂੰ 3 ਸੂਤਰੀ ਫਾਰਮੂਲਾ ਫਾਲੋ ਕਰਨ ਦੀ ਸਲਾਹ ਦਿੱਤੀ ਹੈ। ਡਰੱਗ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੇ ਵਿੱਚ ਤਾਲਮੇਲ, ਰਾਬਤਾ ਅਤੇ ਸਹਿਯੋਗ ਵਾਲਾ 3 ਸੂਤਰੀ ਫਾਰਮੂਲਾ ਦਿੱਤਾ ਗਿਆ ਹੈ। ਕੇਂਦਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਇਨ ਕੋਡ ਕਮੇਟੀਆਂ ਬਣਾਈਆਂ। सूबे एनसीबी ਅਤੇ एनआईए ਦੀ ਮਦਦ ਲੈ ਸਕਦੇ ਨੇ। 2 ਸਾਲ ਦੇ ਅੰਦਰ ਅਪਰਾਧੀ ਸਲਾਖਾਂ ਪਿੱਛੇ ਹੋਣਗੇ, ਅਜਿਹਾ ਦਾਅਵਾ ਕੀਤਾ ਗਿਆ। ਨਸ਼ਾ ਫੜਿਆ ਜਾਣਾ ਸੂਬਿਆਂ ਦੀ ਉਪਲਬਧੀ ਹੈ। ਏਜੰਸੀਆਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। 1,60,000 ਕਰੋੜ ਤੋਂ ਵੱਧ ਦਾ ਡਰੱਗ ਸਾੜਿਆ ਗਿਆ। ਪਰ ਇਹ ਤਸਵੀਰਾਂ ਸਰਹੱਦੀ ਸੂਬੇ ਦੀ ਫਿਕਰ ਵਧਾਉਣ ਵਾਲੀਆਂ ਨੇ। ਫਾਜ਼ਿਲਕਾ 'ਚ ਭਾਰਤ ਪਾਕਿਸਤਾਨ ਸਰਹੱਦ 'ਤੇ ਸੰਘਣੀ ਧੁੰਦ ਅਤੇ ਕੋਰੇ ਦੇ ਸਹਾਰੇ ਨਸ਼ੇ ਦੀ ਵੱਡੀ ਖੇਪ ਭੇਜੀ ਗਈ। BOP NS ਵਾਲਾ ਦੇ ਵਿੱਚ ਫੈਂਸਿੰਗ 'ਚੋਂ ਪਾਈਪ ਦੇ ਜ਼ਰੀਏ 25 ਪੈਕੇਟ ਹੈਰੋਇਨ ਦੇ ਭੇਜੇ ਗਏ, ਜਿਸ ਨੂੰ BSF ਅਤੇ ਪੰਜਾਬ ਪੁਲਿਸ ਨੇ ਬਰਾਮਦ ਕਰ ਲਿਆ। BSF ਨੇ ਹਲਚਲ ਮਹਿਸੂਸ ਕਰਨ ਤੇ ਫਾਇਰਿੰਗ ਕੀਤੀ। ਸਮਗਲਰ ਤਾਂ ਫਰਾਰ ਹੋਏ ਪਰ ਨਸ਼ਾ ਸੁੱਟ ਗਏ। ਵਿਦੇਸ਼ ਤੋਂ ਆਉਂਦੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸਮਨ ਕੀਤਾ ਗਿਆ। ਕਿਹੜਾ ਮਾਮਲਾ ਹੈ, ਇਹ ਦੱਸਾਂਗੇ ਬ੍ਰੇਕ ਤੋਂ ਬਾਅਦ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਈ ਮਹੀਨਿਆਂ ਤੋਂ ਬਾਅਦ ਵਿਦੇਸ਼ ਤੋਂ ਪੰਜਾਬ ਪਰਤੇ, ਪਰ ਆਉਂਦਿਆਂ ਹੀ ਮਾਨਸਾ ਪੁਲਿਸ ਨੇ ਸਮਨ ਕਰ ਦਿੱਤਾ। ਸਮਨ ਇਸ ਕਰਕੇ ਕੀਤਾ ਗਿਆ ਕਿਉਂਕਿ ਚੋਣਾਂ ਵੇਲੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਇਲਜ਼ਾਮ ਨੇ ਕਿ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਮਾਮਲੇ ਦੇ ਵਿੱਚ ਚਰਨਜੀਤ ਚੰਨੀ ਨੂੰ ਸਮਨ ਕੀਤਾ। ਹਾਲਾਂਕਿ ਚਰਨਜੀਤ ਚੰਨੀ ਇਲਜ਼ਾਮ ਲਗਾ ਰਹੇ ਨੇ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਫਿਰਾਕ ਦੇ ਵਿੱਚ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਵੇਂ ਵਿਦੇਸ਼ ਤੋਂ ਪੰਜਾਬ ਪਰਤੇ, ਉਹਨਾਂ ਦੇ ਹੱਥ 'ਚ ਪੰਜਾਬ ਪੁਲਿਸ ਨੇ ਸਮਨ ਫੜਾ ਦਿੱਤਾ।
ਚਰਨਜੀਤ ਸਿੰਘ ਚੰਨੀ ਮਰਹੂਮ ਗਾਇਕ ਅਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ। ਜਿਵੇਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਮਾਨਸਾ ਪੁਲਿਸ ਵੀ ਮੂਸੇਵਾਲਾ ਦੇ ਘਰ ਪਹੁੰਚੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਇਲਜ਼ਾਮਾਂ 'ਚ ਦਰਜ ਮਾਮਲੇ ਤੇ ਸਮਨ ਕੀਤਾ ਜਾਂਦਾ ਹੈ। ਅਗਲੇ ਸਾਲ 12 ਜਨਵਰੀ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਹਾਲਾਂਕਿ ਚੰਨੀ ਤਾਂ ਦਾਅਵਾ ਕਰ ਰਹੇ ਨੇ ਕਿ ਪੁਲਿਸ ਨੇ ਉਹਨਾਂ ਨੂੰ ਰੋਕਣ ਅਤੇ ਫੜਨ ਦੀ ਵੀ ਕੋਸ਼ਿਸ਼ ਕੀਤੀ। ਇੱਕ ਬਹੁਤ ਹੀ ਹੋਣਹਾਰ ਨੌਜਵਾਨ ਦਾ ਕਤਲ ਹੋ ਗਿਆ। ਪੰਜਾਬੀਅਤ ਦਾ ਨੁਕਸਾਨ ਹੋਇਆ ਹੈ। ਪੰਜਾਬ ਨੂੰ, ਪੰਜਾਬੀਅਤ ਨੂੰ, ਪੰਜਾਬੀ ਬੋਲੀ ਨੂੰ ਅਜੇ ਉਹਨੇ ਬੜੀ ਸੇਵਾ ਕਰਨੀ ਸੀ ਤੇ ਇਸ ਕਰਕੇ ਉਹਨਾਂ ਦੇ ਘਰ ਅਫਸੋਸ ਕਰਨ ਗਿਆ ਸੀ। ਪੁਲਿਸ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਰਸਤੇ 'ਚ ਮੈਨੂੰ ਮੈਸੇਜ ਕੀਤਾ ਸੀ ਕਿ ਜੇ ਤੁਸੀਂ ਕਹੇ ਤਾਂ ਅਸੀਂ ਅਰੈਸਟ ਕਰਾਂਗੇ, ਪਰ ਮੈਂ ਕਿਹਾ ਵੀ ਜਿਵੇਂ ਵੀ ਹੈ ਤਾਂ ਮੈਂ ਜਾਣਾ ਜ਼ਰੂਰ ਹੈ। ਮੈਂ ਰਾਤ ਨੂੰ ਉੱਥੇ ਪਹੁੰਚਿਆ, ਪੁਲਿਸ ਬਹੁਤ ਸੀਗੀ, ਉਹਨਾਂ ਨੇ ਅਰੈਸਟ ਤਾਂ ਨਹੀਂ ਕੀਤਾ, ਮੈਨੂੰ ਇੱਕ ਸੰਮਣ ਦੇ ਦਿੱਤਾ। ਉਹ 12 ਜਨਵਰੀ ਨੂੰ ਮੈਂ ਜੱਜ ਦੇ ਪੇਸ਼ ਹੋਵਾਂਗਾ। ਸ਼ਹੀਦੀ ਹਫ਼ਤੇ ਮੱਦੇਨਜ਼ਰ ਚਰਨਜੀਤ ਸਿੰਘ ਚੰਨੀ ਵੱਲੋਂ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪੈਦਲ ਯਾਤਰਾ ਕੱਢੀ ਗਈ, ਜਿਸ ਦੇ ਵਿੱਚ ਚੰਨੀ ਦਾ ਸਾਰਾ ਪਰਿਵਾਰ ਸ਼ਾਮਲ ਹੋਇਆ। ਕਾਫੀ ਲੰਮੇ ਸਮੇਂ ਤੋਂ ਅਸੀਂ ਪਰਿਵਾਰ ਸਮੇਤ ਤੇ ਆਪਣੇ ਹੋਰ ਸਾਥੀਆਂ ਸਮੇਤ ਘਰ ਤੋਂ ਲੈ ਕੇ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਤੱਕ ਪੈਦਲ ਯਾਤਰਾ ਕਰਦੇ ਹਾਂ। ਇਹਦਾ ਮਕਸਦ ਹੈਗਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ। ਮੁਗਲ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਇੱਥੇ ਚਮਕੌਰ ਸਾਹਿਬ ਦੇ ਵਿੱਚ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਧੱਕਾ ਕੀਤਾ ਸੀ, ਵੱਡੇ ਸਾਹਿਬਜ਼ਾਦਿਆਂ ਨੂੰ, ਸਿੰਘਾਂ ਨੂੰ ਸ਼ਹੀਦ ਕੀਤਾ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਾਇਆ ਸਰਹੰਦ ਦੇ ਵਿੱਚ। ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ, ਉਸ ਚੀਜ਼ ਦੇ ਨਿਮਿਤ ਅਸੀਂ, ਸਾਡਾ ਇਲਾਕਾ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਸੋਗ ਮਨਾਉਂਦਾ ਹੈ। ਚਰਨਜੀਤ ਸਿੰਘ ਚੰਨੀ ਨੂੰ ਸਮਨ ਹੋਇਆ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਾਂ ਇਹ ਕੋਈ ਵੱਡੀ ਗੱਲ ਨਹੀਂ ਲੱਗ ਰਹੀ। 188 ਦੇ ਸੰਮਣ ਹੈ, ਕੀ ਗੱਲ ਹੈ? ਲੀਡਰਾਂ ਨੂੰ ਸੰਮਣ ਆਉਂਦੇ ਹੀ ਹੁੰਦੇ, ਇਹ ਕਿਹੜਾ ਕੋਈ ਨਵੀਂ ਗੱਲ ਹੈ? ਚੰਨੀ ਦੀ ਪੰਜਾਬ 'ਚੋਂ ਗੈਰ ਹਾਜ਼ਰੀ ਕਾਫੀ ਚਰਚਾ ਦੇ ਵਿੱਚ ਰਹੀ ਸੀ। ਮੁੱਖ ਮੰਤਰੀ ਭਗਵੰਤ ਮਾਨ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ। ਚੰਨੀ ਨੂੰ ਸਮਨ ਭੇਜਿਆ ਗਿਆ, ਪਰ ਇਸ ਤੇ ਖੁਦ ਚੰਨੀ ਸਵਾਲ ਚੁੱਕ ਰਹੇ ਨੇ। ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਕਰੋਨਾ ਮੁੜ ਆ ਰਿਹਾ ਹੈ। ਕਰੋਨਾ ਦੇ ਉੱਤੇ ਵੱਡੀ ਖਬਰ ਹੋਏਗੀ। ਬ੍ਰੇਕ ਦੇ ਲਈ ਰੁਕਦੇ ਹਾਂ। ਕੋਰੋਨਾ ਵਾਇਰਸ ਮੱਦੇਨਜ਼ਰ ਭਾਰਤ ਸਰਕਾਰ ਅਲਰਟ ਹੈ ਕਿਉਂਕਿ ਚੀਨ ਦੇ ਵਿੱਚ ਕੋਰੋਨਾ ਕੇਸਾਂ 'ਚ ਇਜ਼ਾਫਾ ਹੋਇਆ। ਇਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਵੱਲੋਂ ਵੀ ਕਦਮ ਚੁੱਕੇ ਜਾ ਰਹੇ ਨੇ। ਕੇਂਦਰੀ ਸਿਹਤ ਮੰਤਰੀ ਦੇ ਵੱਲੋਂ ਹਾਈ ਲੈਵਲ ਬੈਠਕ ਕੀਤੀ ਗਈ ਤੇ ਨਾਲ ਹੀ ਭਾਰਤ ਜੋੜੋ ਯਾਤਰਾ ਕਰ ਰਹੇ ਰਾਹੁਲ ਗਾਂਧੀ ਨੂੰ ਸਿਹਤ ਮੰਤਰੀ ਨੇ ਚਿੱਠੀ ਲਿਖੀ ਹੈ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਕਿਹਾ ਹੈ। ਦੁਨੀਆ ਨੂੰ ਸਭ ਤੋਂ ਪਹਿਲਾਂ ਕੋਰੋਨਾ ਦੀ ਦਲਦਲ 'ਚ ਸੁੱਟਣ ਵਾਲਾ ਚੀਨ ਮੁੜ ਕੋਰੋਨਾ ਦੀ ਗਿਰਫਤ 'ਚ ਹੈ। ਚੀਨ 'ਚ ਕੋਰੋਨਾ ਦੇ ਮਾਮਲੇ ਵਧੇ ਤਾਂ तमाम ਮੁਲਕਾਂ ਨੇ ਇਹਤਿਆਤ ਵਧਾਉਣੇ ਸ਼ੁਰੂ ਕਰ ਦਿੱਤੇ ਨੇ। ਭਾਰਤ ਸਰਕਾਰ ਵੀ ਅਲਰਟ ਤੇ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਕੋਰੋਨਾ ਤੇ ਹਾਈ ਲੈਵਲ ਮੀਟਿੰਗ ਕੀਤੀ। ਸੂਬਿਆਂ ਨੂੰ ਇਹਤਿਆਤ ਵਧਾਉਣ ਅਤੇ ਟੈਸਟਿੰਗ ਵਧਾਉਣ ਦੇ ਲਈ ਕਿਹਾ ਗਿਆ। ਇਸ ਵਿਚਾਲੇ ਕੇਂਦਰੀ ਸਿਹਤ ਮੰਤਰੀ ਨੇ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਨੂੰ ਮੁਲਤਵੀ ਕਰਨ ਦੀ अपील की है। राजस्थान के 3 MP ने मुझे पत्र लिखा था कि राजस्थान में भारत जोड़ो यात्रा में गए हुए कई लोगों को कोविड पॉजिटिव पाया गया है। हिमाचल के सम्माननीय मुख्यमंत्री जी पर भी भारत जोड़ो यात्रा में गए थे, उसके बाद उसमें भी कोविड पॉजिटिव पाया गया और उसको देखते हुए राजस्थान में कोविड ना फैले, इस विषय के लिए आप कुछ कार्यवाही करिए। उसको देखते हुए मैंने मिनिस्ट्री में एक्सपर्ट लोगों की राय ली
बातचीत किया और उसके आधार पर मैंने भारत जोड़ो यात्रा के इंचार्ज कन्वीनर राहुल जी को एक पत्र लिखा और एक गहलोत जी को पत्र लिखा और मैंने कहा कि भाई मुझे ऐसा पत्र मिला है और इस पत्र में मुझे बताया गया है कि उस यात्रा में भाग लिए हुए कई लोगों को कोविड पॉजिटिव पाया गया है। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਹੁਲ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖ ਕੇ ਭਾਰਤ ਜੋੜੋ ਯਾਤਰਾ ਦੇ ਵਿੱਚ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਸਿਹਤ ਮੰਤਰੀ ਨੇ ਚਿੱਠੀ 'ਚ ਭਾਰਤ ਜੋੜੋ ਯਾਤਰਾ ਦੇ ਨਾਲ ਕੋਰੋਨਾ ਫੈਲਣ ਦਾ ਖਤਰਾ ਜ਼ਾਹਰ ਕੀਤਾ। ਕੋਰੋਨਾ ਮਹਾਮਾਰੀ ਇੱਕ ਸਰਵਜਨਕ ਐਮਰਜੈਂਸੀ ਸਥਿਤੀ ਹੈ। ਇਸ ਦੇ ਲਈ ਦੇਸ਼ ਹਿੱਤ ਦੇ ਵਿੱਚ ਭਾਰਤ ਜੋੜੋ ਯਾਤਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ। ਰਾਜਸਥਾਨ 'ਚ ਚੱਲ ਰਹੀ ਭਾਰਤ ਜੋੜੋ ਯਾਤਰਾ 'ਚ ਕੋਵਿਡ ਗਾਈਡਲਾਈਨਸ ਦੀ ਸਖਤੀ ਦੇ ਨਾਲ ਪਾਲਣਾ ਹੋਵੇ। ਯਾਤਰਾ ਨਾਲ ਜੁੜੇ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਵਾਈ ਜਾਵੇ। ਕੇਂਦਰੀ ਸਿਹਤ ਮੰਤਰੀ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਤਾਂ ਕਾਂਗਰਸ ਵੀ ਕੇਂਦਰ ਸਰਕਾਰ ਤੇ ਹਮਲਾਵਰ ਹੈ। भारतीय जनता पार्टी घबराई हुई है। भारत जोड़ो यात्रा को रोकने के लिए उनका षड्यंत्र है। हम लोग सबसे पहले तो इस बात को कहना चाहते हैं कि भारत जोड़ो यात्रा को रोकने का ये प्रयास है, जो मोमेंटम प्रदेश के बाद मिल रहा है, प्रदेश में मिल रहा है, उससे भारतीय जनता पार्टी और मोदी जी घबराए हुए हैं, संघ घबराया हुआ है, इसलिए ये उनका कुटिल प्रयास है। ये सरकार की जिम्मेदारी है और अगर हमारी सरकार स्टडीज करने के बाद कहा कि कोई नए वेरिएंट है, कोई खतरे हैं हमारे भारतवासियों के लिए, तो सरकार की जिम्मेदारी है सारे भारतवासियों को इंस्ट्रक्शन देने के लिए कि किस किस्म के एक्शंस देना है, किस किस्म के कोविड प्रिवेंशन के लिए क्या क्या प्रोटोकॉल्स बनाना है। ਦੇਸ਼ 'ਚ ਕੋਰੋਨਾ ਦਾ ਪ੍ਰਭਾਵ ਨਾ ਵਧੇ, ਮੁੜ ਪਹਿਲਾਂ ਜਿਹੇ ਹਾਲਾਤ ਨਾ ਹੋਣ, ਅਜਿਹੇ 'ਚ ਸਿਹਤ ਅਮਲਾ ਵੀ ਕੋਸ਼ਿਸ਼ ਕਰ ਰਹੇ ਹਨ। Present variants are sub-variants of Omicron, which was the last variant which we have seen. And also if we go by the literature right now, whatever data we are getting from China, it is only sub-variant of Omicron. Even yesterday there has been an advisory from the government that all the tests of COVID which are being done, which are coming positive, will be reviewed for any change in variant, so that we can see whether a new variant has come into the picture or not. But for the timing, these are all sub variants of Omicron which are circulating around the world. देखिए केसेस बढ़ रहे हैं जिस रेट से, अगर हम चाइना की बात करें, नंबर ऑफ केसेस बहुत ज़्यादा बढ़ रहे हैं और जो स्ट्रेन है वो बहुत जल्दी रैपिडली स्प्रेड कर सकता है। तो जैसे ही उन्होंने लॉकडाउन खोला चाइना ने, एकदम से नंबर बहुत स्प्रेड कर गया है। तो अभी अगर हम लोग भी एहतियात नहीं बरतेंगे, जैसे अब मास्क लोग बिल्कुल नहीं लगाते हैं और थोड़े से कैजुअल हो गए हैं, तो उसके चांसेस ये रहेंगे कि केसेस ज़्यादा एकदम से आएंगे। हाँ, अगर हम मास्क लगाना दोबारा शुरू कर दें, थोड़ी प्रिकॉशंस जो है पहले जैसे लेने लग जाएं, तो शायद केसेस उतने नहीं बढ़ेंगे। फिर ਪੰਜਾਬ 'ਚ 9 ਕੇਸ ਕੋਰੋਨਾ ਦੇ ਐਕਟਿਵ ਨੇ। ਜੇਕਰ ਇਹਨਾਂ ਅੰਕੜਿਆਂ ਤੇ ਗੌਰ ਕਰੀਏ ਤਾਂ ਹਾਲਾਤ ਕੰਟਰੋਲ 'ਚ ਨੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਥਿਤੀ ਵਿਗੜ ਨਹੀਂ ਸਕਦੀ, ਕਿਉਂਕਿ ਚੀਨ ਦੇ ਵਿੱਚ ਕੋਰੋਨਾ ਕਾਰਨ ਸਥਿਤੀ ਬਸ ਤੋਂ ਬਾਹਰ ਹੈ। ਲੋਕਾਂ ਨੂੰ ਹਸਪਤਾਲ ਦੇ ਵਿੱਚ ਥਾਂ ਨਹੀਂ ਮਿਲ ਰਹੀ। ਬੀजिंग ਸਮੇਤ ਕਰੀਬ 7 ਸ਼ਹਿਰ ਸੁਪਰ ਸਪਰੈਡਰ ਬਣ ਚੁੱਕੇ ਨੇ। ਪਹਿਲਾਂ ਚੀਨ ਦੇ ਹਾਲਾਤ ਦੇਖੋ। ਬੀजिंग 'ਚ 70% ਆਬਾਦੀ ਕੋਰੋਨਾ ਪੋਜ਼ਿਟਿਵ ਹੈ। ਹਸਪਤਾਲਾਂ ਦੇ ਵਿੱਚ ਬੈੱਡ ਦੀ ਕਮੀ ਹੈ। ਸ਼ਮਸ਼ਾਨ ਘਾਟ 'ਚ ਵੇਟਿੰਗ, ਸੁਰੱਖਿਆ ਗਾਰਡ ਤੱਕ ਤੈਨਾਤ ਕੀਤੇ ਗਏ ਨੇ। ਸਟੇਡੀਅਮ 'ਚ ਹਸਪਤਾਲ ਬਣਾਏ ਜਾ ਰਹੇ ਨੇ। ਦਵਾਈ ਅਤੇ ਆਕਸੀਜਨ ਦਾ ਸੰਕਟ ਬਣਿਆ ਹੋਇਆ ਹੈ। ਡਾਕਟਰ ਅਤੇ ਨਰਸ ਸਟਾਫ ਦੀ ਕਮੀ ਦੇ ਨਾਲ ਜੂਝ ਰਹੇ ਨੇ। ਚੀਨ 'ਚ ਸਥਿਤੀ ਵਿਗੜੀ, ਪਰ ਦੁਨੀਆ ਦੇ ਮੁਲਕਾਂ ਦਾ ਕੀ ਹਾਲ ਹੈ ਇਹ ਵੀ ਜਾਣ ਲਓ। ਕੋਰੋਨਾ ਵਰਲਡ ਮੀਟਰ ਮੁਤਾਬਿਕ ਪਿਛਲੇ 7 ਦਿਨਾਂ ਦੇ ਅੰਕੜੇ ਜਿੱਥੇ ਜ਼ਿਕਰ ਕੋਰੋਨਾ ਕੇਸਾਂ ਦਾ ਕਰ ਰਹੇ ਨੇ, ਉੱਥੇ ਮੌਤਾਂ ਦੇ ਵਿੱਚ ਵੀ ਇਜ਼ਾਫਾ ਹੋਣ ਦਾ ਸੰਕੇਤ ਦਿੱਤਾ ਜਾ ਰਿਹਾ ਹੈ। ਪਿਛਲੇ 7 ਦਿਨਾਂ ਦੇ ਵਿੱਚ ਜਾਪਾਨ 'ਚ 10,65,000 ਤੋਂ ਵੱਧ ਕੇਸ ਦਰਜ ਕੀਤੇ ਗਏ ਨੇ। 1687 ਲੋਕਾਂ ਦੀ ਮੌਤ ਹੋਈ ਹੈ। ਉਧਰ ਸਾਊਥ ਕੋਰੀਆ ਦੇ ਵਿੱਚ 4,61,000 ਕੇਸ ਦਰਜ ਕੀਤੇ ਗਏ ਨੇ। ਇੱਥੇ 362 ਲੋਕਾਂ ਦੀ ਮੌਤ ਹੋਈ ਹੈ। ਫਰਾਂਸ ਦੇ ਵਿੱਚ 3,58,000 ਤੋਂ ਵੱਧ ਕੇਸ ਰਿਕਾਰਡ ਕੀਤੇ ਗਏ ਨੇ। 739 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬ੍ਰਾਜ਼ੀਲ ਦੇ ਵਿੱਚ ਪਿਛਲੇ 7 ਦਿਨਾਂ ਦੇ ਵਿੱਚ 2,78,000 ਤੋਂ ਵੱਧ ਕੇਸ ਰਿਕਾਰਡ ਕੀਤੇ ਗਏ ਨੇ। ਇੱਥੇ 1,036 ਲੋਕਾਂ ਦੀ ਮੌਤ ਹੋਈ ਹੈ।
ਅਮਰੀਕਾ 'ਚ ਕੋਰੋਨਾ ਕੇਸਾਂ ਦਾ ਅੰਕੜਾ ਪਿਛਲੇ 7 ਦਿਨਾਂ ਦੇ ਵਿੱਚ 2,44,000 ਤੋਂ ਪਾਰ ਹੋਇਆ ਹੈ। 1497 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜਿਹੀ ਸਥਿਤੀ ਭਾਰਤ ਦੇ ਵਿੱਚ ਨਾ ਬਣੇ, ਅਜਿਹੇ 'ਚ ਹੁਣ ਤੋਂ ਹੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਜ਼ੀਰਾ ਸ਼ਰਾਬ ਫੈਕਟਰੀ ਬਾਹਰ ਕਿਸਾਨਾਂ ਦਾ ਧਰਨਾ ਜਾਰੀ ਹੈ। ਪਿਛਲੇ 5 ਮਹੀਨਿਆਂ ਤੋਂ ਕਿਸਾਨ ਜ਼ੀਰਾ ਦੀ ਸ਼ਰਾਬ ਫੈਕਟਰੀ ਦੇ ਬਾਹਰ ਧਰਨੇ ਤੇ ਡਟੇ ਹੋਏ ਨੇ। ਪੰਜਾਬ ਭਰ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ, ਜਿਨ੍ਹਾਂ ਨੇ ਇਸ ਧਰਨੇ ਦਾ ਆਕਾਰ ਹੋਰ ਵੱਡਾ ਕਰ ਦਿੱਤਾ ਹੈ। ਜ਼ੀਰਾ ਸ਼ਰਾਬ ਫੈਕਟਰੀ ਬਾਹਰ ਕਿਸਾਨਾਂ ਦਾ ਧਰਨਾ ਜਾਰੀ ਹੈ। ਬੇਸ਼ੱਕ ਮੰਗਲਵਾਰ ਨੂੰ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਹੋਇਆ ਸੀ। ਕਿਸਾਨ ਅਤੇ ਪੁਲਿਸ ਆਪਸ ਦੇ ਵਿੱਚ ਉਲਝੇ, ਪਰ ਬਾਵਜੂਦ ਇਸ ਦੇ ਕਿਸਾਨਾਂ ਦਾ ਧਰਨਾ ਜਿਉਂ ਦੀ ਤਿਉਂ ਸਥਿਤੀ 'ਚ ਬਰਕਰਾਰ ਹੈ। ਅਜੇ ਵੀ ਪੰਜਾਬ ਭਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਧਰਨੇ 'ਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ। ਕਿਸਾਨ ਸਾਫ਼ ਕਰ ਰਹੇ ਨੇ ਕਿ ਬਿਨਾਂ ਸ਼ਰਾਬ ਫੈਕਟਰੀ ਬੰਦ ਕੀਤੇ ਇਹ ਧਰਨਾ ਖਤਮ ਹੋਣ ਵਾਲਾ ਨਹੀਂ। ਪਰ ਇਹ ਸਰਕਾਰ ਦਾ ਜਾਂ ਦੀਪ ਮਲਹੋਤਰੇ ਦਾ ਇਹ ਉਹਨਾਂ ਦੇ ਮਨ ਦਾ ਵਹਿਮ ਹੈ ਵੀ ਇਹ ਧਰਨਾ ਸਿਰਫ ਇਹਨਾਂ 40 ਪਿੰਡਾਂ ਦਾ ਹੈ। ਇਹ ਮਸਲਾ ਪੂਰੇ ਪੰਜਾਬ ਦਾ ਹੈ। ਅੱਜ ਪੰਜਾਬ ਦੀ ਪਾਣੀ, ਮਿੱਟੀ, ਹਵਾ, ਸਾਰਾ ਕੁਝ ਜਿਹੜਾ ਇਸ ਇੰਡਸਟਰੀ ਨੇ, ਇਸ ਇੰਡਸਟਰੀ ਦੇ ਪ੍ਰੋਡਕਟ ਨੇ, ਜਾਂ ਜਿਹੜਾ ਐਗਰੀਕਲਚਰ ਮਾਡਲ ਦੇ ਅੰਦਰ ਜੋ ਕੁਝ ਇਹ ਦੇ ਰਿਹਾ, ਉਹਨੇ ਸਾਰਾ ਕੁਝ ਹਵਾ, ਮਿੱਟੀ, ਪਾਣੀ, ਖੁਰਾਕ ਸਭ ਨੂੰ ਤਬਾਹ ਕਰਤਾ। ਅੱਜ ਪੰਜਾਬ ਕੈਂਸਰ, ਕਾਲਾ ਪੀਲੀਆ, ਹਾਰਟ ਅਟੈਕ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੈ। ਇਸ ਕਰਕੇ ਇਹ ਮੁੱਦਾ ਸਾਰੇ ਪੰਜਾਬ ਦਾ ਹੈ। ਭਗਵੰਤ ਮਾਨ ਸਰਕਾਰ ਤੋਂ ਵੀ ਇਹ ਜਿਹੜਾ ਕਹਿੰਦਾ ਸੀ ਵੀ ਹਰਾ ਪੈਨ ਲੋਕਾਂ ਦੇ ਹੱਕ ਚੱਲੂਗਾ, ਅੱਜ ਹਰਾ ਪੈਨ ਪੂਰੀਆਂ ਲੱਤਾੜਾਂ ਹੀ ਖੜਿਆ ਇਸ ਅਯੋਗ ਅਦਾਰੇ ਨਾਲ, ਇਹ ਸ਼ਰਾਬ ਫੈਕਟਰੀ ਨਾਲ। ਕਿਉਂ? ਲੋਕਾਂ ਨੂੰ ਸਮਝਣਾ ਚਾਹੀਦਾ ਸ਼ਰਾਬੀ ਸ਼ਰਾਬ ਫੈਕਟਰੀ ਨਾਲ ਖੜਿਆ ਹੈ ਤੇ ਲੋਕਾਂ ਨੂੰ ਬਚਾਉਣ ਵਾਸਤੇ ਜਥੇਬੰਦੀਆਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਇੱਥੇ ਪਹੁੰਚ ਰਹੀਆਂ ਨੇ। ਕਦਾਚਿਤ ਵੀ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਵੀ ਧੜਾ ਧੜ ਲੋਕ ਬਿਮਾਰੀਆਂ ਨਾਲ ਮਰਨ। ਜਿਹੜੇ ਬੋਰਾਂ ਚੋਂ ਪਾਣੀ ਕੱਢਦੇ, ਨਲਕਿਆਂ ਚੋਂ ਪਾਣੀ ਕੱਢਦੇ, ਟੂਟੀਆਂ ਚੋਂ ਪਾਣੀ ਕੱਢਦੇ ਆ, ਉਹ ਜ਼ਹਿਰ ਕੈਂਸਰ ਬਣ ਰਿਹਾ ਹੈ। ਉਹਨੂੰ ਹਾਈ ਕੋਰਟ ਇਹ ਕਹਿ ਰਿਹਾ ਵੀ ਇਹ ਪਾਣੀ ਸਹੀ ਹੈ, ਇਹਨਾਂ ਦੀਆਂ ਲੈਬਾਂ ਸਹੀ ਦੱਸ ਰਹੀਆਂ ਨੇ ਉਹਨੂੰ। ਇੱਥੇ ਫਿਰ ਜੱਜ ਆ ਕੇ ਬੈਠਣ, ਇੱਥੇ ਮੰਤਰੀ ਆ ਕੇ ਬੈਠਣ, ਇੱਥੇ ਵੱਡੇ ਪੁਲਿਸ ਦੇ ਅਫਸਰ ਡੀਸੀ ਆ ਕੇ ਬੈਠਣ, ਉਹ 10 ਦਿਨ ਪਾਣੀ ਪੀਣ ਲਗਾਤਾਰ ਇਸ ਲੋਕਾਂ ਨਾਲ ਬਹਿ ਕੇ, ਫਿਰ ਅਸੀਂ ਮੰਨ ਲਾਂਗੇ, ਧਰਨਾ ਵੀ ਚੱਕ ਦਿਆਂਗੇ। 3 ਜਗ੍ਹਾ ਬੈਰੀਕੇਡਿੰਗ ਹੋਈ ਗਈ, ਕਿਹੜੀ ਜਗ੍ਹਾ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ? ਜਿਹੜਾ ਮੇਨ ਗੇਟ ਆਉਂਦਾ ਫੈਕਟਰੀ ਨੂੰ, ਉੱਥੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਹ ਨੇ ਸਤਨਾਮ ਕੌਰ, ਜੋ ਕੈਂਸਰ ਪੀੜਤ ਨੇ। ਇਹਨਾਂ ਸਰਕਾਰ ਨੂੰ ਇਸ ਇਲਾਕੇ 'ਚ ਮੌਜੂਦ ਬਿਮਾਰੀਆਂ ਹੋਣ ਦਾ ਹਵਾਲਾ ਦਿੱਤਾ, ਸ਼ਰਾਬ ਫੈਕਟਰੀ ਬੰਦ ਕਰਨ ਦੀ ਮੰਗ ਕੀਤੀ ਹੈ। ਸਾਨੂੰ ਤਾਂ ਇਹਨੇ ਬਿਮਾਰੀਆਂ ਬਹੁਤ ਜ਼ਿਆਦਾ ਦਿੱਤੀਆਂ। ਮੈਂ ਖੁਦ ਕੈਂਸਰ ਦਾ ਮਰੀਜ਼ ਹਾਂ, ਮੈਂ ਖੁਦ ਮਰੀਜ਼ ਹਾਂ। ਸਾਡੇ ਬਹੁਤ ਜ਼ਿਆਦਾ ਕੈਂਸਰ ਵੱਧ ਰਿਹਾ, ਬਹੁਤ ਜ਼ਿਆਦਾ ਹੋ ਰਿਹਾ। ਹਾਂ, ਭਗਵੰਤ ਮਾਨ ਨੇ, ਸਰਕਾਰ ਨੇ ਇਹਨਾਂ ਦਾ ਜੁਰਮਾਨਾ ਤਾਂ ਭਰਤਾ ਮਲਹੋਤਰੇ ਨੂੰ, ਤੇ ਜਿਹੜਾ ਪਿੰਡ ਦਾ ਨੁਕਸਾਨ ਹੋਇਆ, ਬੰਦਿਆਂ ਦਾ ਨੁਕਸਾਨ ਹੋਇਆ, ਕੋਈ ਜਾਲੀ ਮਾਲੀ ਫਸਲ ਮਰੀ ਆ, ਕੋਈ ਹੋਰ ਨੁਕਸਾਨ ਹੋਇਆ, ਉਹਦੇ ਬਾਰੇ ਕੋਈ ਨਹੀਂ ਪਤਾ ਸੀ ਵੀ ਉਹਦਾ ਰੋਜ਼ਾਨਾ ਕਿੰਨਾ ਕਾ, ਉਹਦੇ ਬਾਰੇ ਕੋਈ ਸੋਚ ਨਹੀਂ ਉਹਦੀ, ਹਨਾ। ਇੱਕ ਇਕੱਲਾ ਮਲਹੋਤਰਾ ਹੀ ਦਿੰਦਾ ਨੂੰ, ਹੋਰ ਕੋਈ ਇੰਨੀ ਪਬਲਿਕ ਬੈਠੀ ਆ, ਇੰਨੀ ਦੁਨੀਆ ਬੈਠੀ ਆ, ਕਿਤੇ ਘਰਾਂ ਤੋਂ ਵਿਹਲੇ ਥੋੜਾ, ਕੋਈ ਵੀ ਬੰਦਾ ਵਿਹਲਾ ਨਹੀਂਗਾ। ਜ਼ਿਮੀਂਦਾਰ ਤਾਂ ਸਦਾ ਹੀ ਨਹੀਂ ਵਿਹਲਾ ਹੋ ਸਕਦਾ। ਇਹ ਸਥਿਤੀ ਮੰਗਲਵਾਰ ਨੂੰ ਬਣੀ ਸੀ, ਜਦੋਂ ਕਿਸਾਨ ਅਤੇ ਪੁਲਿਸ ਆਪਸ ਦੇ ਵਿੱਚ ਉਲਝੇ। ਦੋਵਾਂ ਪਾਸਿਆਂ ਤੋਂ ਖੂਬ ਡਾਂਗਾ ਚੱਲੀਆਂ, ਗੱਡੀਆਂ ਦੇ ਸ਼ੀਸ਼ੇ ਤੱਕ ਭੰਨੇ ਗਏ। ਕਿਸਾਨਾਂ ਨੂੰ ਪੁਲਿਸ ਨੇ ਇਸ ਰਾਹ ਤੋਂ ਲੰਘਣ ਤੋਂ ਰੋਕਿਆ। ਉਸ ਵੇਲੇ ਕਿਸਾਨ ਸ਼ਰਾਬ ਫੈਕਟਰੀ ਤੋਂ ਕਰੀਬ 1 ਕਿਲੋਮੀਟਰ ਦੂਰ ਸਨ। ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨਾਂ ਨੇ ਬੈਰੀਕੇਡ ਤੋੜ ਪਰਾਂ ਸੁੱਟੇ। ਪੁਲਿਸ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨਾਂ ਦੀ ਝੜਪ ਹੋਈ ਸੀ, ਪਰ ਪਿੰਡ ਮਨਸੂਰਵਾਲ ਦੇ ਲੋਕਾਂ ਦੀ ਹਮਾਇਤ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨ ਜਥੇਬੰਦੀਆਂ ਪਹੁੰਚੀਆਂ, ਜਿੱਥੇ 5 ਮਹੀਨਿਆਂ ਤੋਂ ਧਰਨਾ ਜਾਰੀ ਹੈ ਤੇ ਇਸ ਦਾ ਆਕਾਰ ਹੋਰ ਵੱਡਾ ਹੋ ਗਿਆ। ਕਿਸਾਨ ਅਤੇ ਸਥਾਨਕ ਲੋਕ ਅੜੇ ਹੋਏ ਨੇ ਕਿ ਫੈਕਟਰੀ ਨੂੰ ਹਟਾਇਆ ਜਾਵੇ, ਪਰ ਹਾਈ ਕੋਰਟ ਦੇ ਹੁਕਮ ਨੇ ਕਿ ਫੈਕਟਰੀ ਬਾਹਰੋਂ ਧਰਨਾ ਹਟਾਇਆ ਜਾਵੇ। 20 ਦਸੰਬਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਸਲੇ ਤੇ ਸੁਣਵਾਈ ਹੋਈ ਸੀ। ਪਿੰਡ ਵਾਲਿਆਂ ਅਤੇ ਸ਼ਰਾਬ ਫੈਕਟਰੀ ਦੇ ਵਕੀਲਾਂ ਦਰਮਿਆਨ ਤਿੱਖੀ ਬਹਿਸ ਹੋਈ। ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਹੁਕਮ ਦਿੱਤੇ ਕਿ ਪਹਿਲਾਂ ਕਿਸਾਨ ਧਰਨਾ ਚੁੱਕਣ, ਫਿਰ ਨਵੀਂ ਕਮੇਟੀ ਜਾਂਚ ਪੜਤਾਲ ਕਰੇਗੀ। ਜ਼ੀਰਾ ਦੇ ਪਿੰਡ ਮਨਸੂਰਵਾਲ ਸਣੇ ਆਸ-ਪਾਸ ਦੇ ਵਸਦੇ ਕਰੀਬ 40 ਪਿੰਡਾਂ ਦੇ ਲੋਕਾਂ ਤੋਂ ਇਲਾਵਾ ਕਈ ਕਿਸਾਨ ਸੰਗਠਨ ਇੱਥੇ ਮੌਜੂਦ ਨੇ। ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਦੇ ਸ਼ਰਾਬ ਫੈਕਟਰੀ ਤੇ ਇਲਜ਼ਾਮ ਨੇ ਕਿ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਧਰਤੀ ਹੇਠਲਾ ਪਾਣੀ ਖਰਾਬ ਹੋ ਰਿਹਾ ਹੈ, ਫੈਕਟਰੀ ਕਾਰਨ ਬਦਬੂ ਆਉਂਦੀ ਹੈ।
ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ। ਸਥਾਨਕ ਲੋਕਾਂ ਨੂੰ ਚਮੜੀ ਦੇ ਰੋਗ ਨੇ, ਪਸ਼ੂ ਬਿਮਾਰ ਅਤੇ ਕਈਆਂ ਦੀ ਮੌਤ ਹੋਈ ਹੈ। ਅਜਿਹੇ ਹੀ ਇਲਜ਼ਾਮ ਲੋਕਾਂ ਦੇ ਵੱਲੋਂ ਸ਼ਰਾਬ ਫੈਕਟਰੀ ਦੇ ਉੱਤੇ ਲਗਾਏ ਜਾ ਰਹੇ ਨੇ। ਫੈਕਟਰੀ ਸੰਬੰਧੀ ਵਿਵਾਦ ਉਸ ਵੇਲੇ ਪੈਦਾ ਹੋਇਆ ਜਦੋਂ ਕਰੀਬ 6 ਮਹੀਨੇ ਪਹਿਲਾਂ ਨੇੜਲੇ ਪਿੰਡ ਮਹੀਆਂਵਾਲਾ ਦੇ ਵਿੱਚ ਬੋਰ ਕਰਦੇ ਸਮੇਂ ਉਸ ਦੇ ਵਿੱਚੋਂ ਕਾਲੇ ਰੰਗ ਦਾ ਦੂਸ਼ਿਤ ਪਾਣੀ ਨਿਕਲਿਆ ਸੀ। ਗੰਦਲੇ ਪਾਣੀ ਦੇ ਲਈ ਫੈਕਟਰੀ ਨੂੰ ਹੀ ਲੋਕਾਂ ਨੇ ਜ਼ਿੰਮੇਵਾਰ ਦੱਸਿਆ। ਰੋਸ ਦੇ ਵਿੱਚ ਆਏ ਲੋਕਾਂ ਨੇ ਸ਼ਰਾਬ ਫੈਕਟਰੀ ਬਾਹਰ ਧਰਨਾ ਲਾ ਦਿੱਤਾ। ਧਰਨਾ ਲਾਉਣ ਕਰਕੇ ਪਿੰਡ ਦੇ ਸਰਪੰਚ ਸਣੇ 217 ਲੋਕਾਂ ਦੇ ਖਿਲਾਫ FIR ਦਰਜ ਹੋਈ ਹੈ। ਹਾਲਾਂਕਿ ਲੋਕ ਬਜਿੱਦ ਨੇ ਕਿ ਜਦੋਂ ਤੱਕ ਫੈਕਟਰੀ ਨਹੀਂ ਹਟਦੀ ਉਹ ਇੱਥੇ ਹੀ ਡਟੇ ਰਹਿਣਗੇ। ਫਿਲਹਾਲ ਦੇ ਲਈ ਬਸ ਇੰਨਾ ਹੀ ਤੇ ਇਸ ਦੇ ਨਾਲ ਹੀ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ਤੁਸੀਂ ਦੇਖਦੇ ਰਹੋ ABP ਸਾਂਝਾ।